ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹੋਂ ਆਇਆ ਦੂਰੋਂ ਚੱਲ ਕੈ ਮੈਂ ਤਕੀ ਤੋ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਿਆਲਾ ਨਾਨਕ ਘਰ ਕੇ ਗੋਲੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਲਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਲਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸਸੀ ਤਿਤ ਵੇਲਾ ਕਹਿਸਨ ਪ੍ਰੇਤ। ਪਕੜ ਚਲਾਇਣ ਦੂਤ ਜਮ ਕਿਸੈ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ। ਜੇਹਾ ਬੀਜੈ ਸੋ ਲੁਣੈ
ਕਰਮਾ ਸੰਧੜਾ ਖੇਤ, ਨਾਨਕ ਪ੍ਰਭ ਸਰਣਾਗਤੀ। ਚਰਨ ਬੋਹਿਥ ਪ੍ਰਭ ਦੇਤ, ਸੇ ਭਾਦੋਏ ਨਰਕ ਨ ਪਾਈਐ। ਗੁਰ ਰਖਣ ਵਾਲਾ ਹੇਤ, ਨਾਨਕ ਪ੍ਰਭ ਸਰਣਾਗਤੀ। ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨ ਪਾਈਐ। ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵਡਭਾਗੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ, ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਭਾਦੋ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਜੋ ਸਤਿਗੁਰੂ ਮਹਾਰਾਜ ਜੀ ਨੇ ਭਾਦੋ ਦੇ ਮਹੀਨੇ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਸ਼ਬਦ ਆਪ ਜੀ ਨੇ ਹੁਣੇ ਹੀ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਸੋ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਾਂ ਇਸ ਸ਼ਬਦ ਦੀ ਵਿਚਾਰ ਕਰਨੀ ਹੈ ਕਿ ਸੰਗਰਾਂਦ ਕਹਿੰਦੇ ਕਿਹਨੂੰ ਹਨ। ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਿਹੜਾ ਇਹ ਸੰਗਰਾਂਦ ਸ਼ਬਦ ਹੈ, ਅਸਲ ਵਿੱਚ ਇਹ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ। ਸੰਕਰਾਂਤ, ਸੰਗ ਭਲੀ ਪ੍ਰਕਾਰ ਸਮੇਂ ਵਿੱਚ ਤਬਦੀਲੀ ਆਣੀ। ਜਦੋਂ ਸੂਰਜ ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਪਹੁੰਚਦਾ ਏ, ਉਦੋਂ ਸਮੇਂ ਵਿੱਚ ਤਬਦੀਲੀ ਆਉਂਦੀ ਹੈ। ਅਤੇ ਹਿੰਦੂ ਮਤ ਅਨੁਸਾਰ ਲੋਕ ਜਿਹੜੇ ਨੇ ਸੂਰਜ ਨੂੰ ਭਗਵਾਨ ਮੰਨ ਕੇ, ਦੇਵਤਾ ਮੰਨ ਕੇ ਸੂਰਜ ਦੀ ਪੂਜਾ ਕਰਦੇ ਹਨ। ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ, ਸੰਗਰਾਂਦ ਵਾਲੇ ਦਿਨ ਜਿਹੜੇ ਹਿੰਦੂ ਵੀਰ ਨੇ ਇਹ ਸੂਰਜ ਨੂੰ ਭਗਵਾਨ ਮੰਨ ਕੇ, ਦੇਵਤਾ ਮੰਨ ਕੇ ਪੂਜਾ ਕਰਦੇ ਨੇ, ਅਤੇ ਆਪਾਂ ਕਿਹਦੀ ਪੂਜਾ ਕਰੀਏ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ
पूज ना होई। कहन लगे जे भाई पूजा करनी है ना, कहते एक परमेश्वर का नाम जपना करो, वाहिगुरु वाहिगुरु जपो, उस मालक की उस्तत करो, वडियाई करो। कहते नाम तो बिना कोई पूजा नहीं है। जिहदे हिरदे दे अंदर परमात्मा का नाम बस गया, जिहड़ा अपनी रसना दे राही परमेश्वर की उस्तत करन लग पिया, वडियाई करन लग पिया, असल विच फिर वो परमेश्वर की पूजा कर रहा है। तो सतगुरु महाराज कहते ने लोग जिहड़े ने हिंदू मत अनुसार सूरज नूं देवता मन के सूरज की पूजा करते हैं, पर सिख जिहड़ा है एक अकाल पुरख का उपासक है। सिख गुरु की शरण तकदा है, गुरु का ओट आसरा लैके अकाल पुरख की आराधना करता है। तो पातशाह कहते उस निरंकार रूपी सूरज नूं, निरंकार रूपी चंद्रमे नूं सजदा करो, नमस्कार करो, उहदे चरणों च बेनतियां करो। जिवें आपां कलगीधर पातशाह महाराज दे बचन पढ़ते हैं ना, हे रब हे सस हे करुणानिध, मेरी अबै बिनती सुन लीजै, और न मांगत हो तुम ते कश, चाहत हो चित मैं सोई कीजै। रब का अर्थ है चंद्र सूरज, सस का अर्थ है चंद्रमा, ते करुणानिध का अर्थ है किरपा का खजाना, किरपा का घर, किरपा का खजाना। ते हे किरपा दे खजाने मेरा दे साई, मैं तेरे चरणों च बेनती करदा, मेरी तू हुण बेनती सुनना कर। मंगिया कि और न मांगत हो तुम ते कश, मैं कोई दुनियावी पदार्थ नहीं मंगना कीता, धन संपदा नहीं मंगी, राज भाग नहीं मंगिया। चाहत हो चित मैं सोई कीजै, जो परमात्मा तैनू भाउंदा चंगा लगदा अपनी रजा दे विच, तू उही करना कर, साडे पास उही करना कर। जाप साहिब की पावन बाणी आपां पढ़दे हां, गुरु कलगीधर पातशाह महाराज बचन करते ने, कहंदे ने नमो सूरज सूरजे, नमो चंद्र चंद्रे, नमो राज राजे, नमो इंद्र इंद्रे। जिहड़ा सूरजां दा सूरज है, चंद्रमा दा चंद्रमा है, राजियां दा राजा है, इंद्रां दा वड्डा इंद्र है, कहंदे ऐसे परमेश्वर नूं भाई सजदा करो, नमस्कार करो, मेरी नमस्कार है। क्योंकि परमेश्वर की है गोबिंदे मुकंदे उदारे अपारे, हरियं करियं निर्नामे अकामे। इन्नी शक्ति का मालक परमेश्वर वाहिगुरु है। सानू सतगुरु जी ने एक अकाल पुरख दे लड़ लाया। अकाल पुरख तो बिना सिख ने किसी होर दी आराधना नहीं करनी है। सिख ने गुरु गुरु जपना, गुरु का ओट आसरा लैके उस अकाल पुरख वाहिगुरु की भजन बंदगी करनी है। क्योंकि जिहड़ा ये हिंदू मत के अनुसार, क्योंकि जो उदों समा इहो जिहा सी, ब्राह्मण लोग जिहड़े सन, पंडित लोग, ये संस्कृत पढ़े होंदे सन, यही पूजा करते सन, यही दक्षिणा इत्यादि लैंदे सी। जदों इन्होंने दुनिया के लोगों को गुमराह किया होया सी कि जदों कोई दिन दिहाड़ा होना, पूर्णमाशी आ गई जां मस्या आ गई, संगरांद आ गई, दसवीं आ गई, पंचमी आ गई, इत्यादि जिहड़े ये दिन आउंदे ने, ये लोग कहते सन कि तुहानू किसी पंडित पासों, किसी ब्राह्मण पासों जाके नाम पुछना पवेगा। तो ब्राह्मण अपने मुखों दस देगा कि अज फलाना दिन है जी, अज आ संगरांद है, भादो की संगरांद है, जां सूह की संगरांद है, तो उदों तुहाडा फिर महीना वधिया लंघना। तो गुरु पातशाह महाराज ने सानू समझा दिता कि सिख ने किसी पंडित को नहीं जाना। सिख ने जदों आना अपने गुरु को चल के आना। पर माफ़ करना गुरु सवारियो, अज सिख ही जिन्हें खंडे बाटे की पोड़ भी लई हुई है, पंजां ककारां की वर्दी भी पहनी हुई है,
तो उही सिख जाके पंडितां कोल जाके टेवे करांदा फिरदा है, जो गुरमत दे बिल्कुल उल्ट है। जे आपां गुरु दीयां खुशियां लैणीआं ना, फिर सानूं गुरु दे बचनां उत्ते पहरा देना पवेगा कि साडा गुरु की कह रहा है ते आपां की कर रहे हैं। इस करके अपने गुरु उत्ते भरोसा रखो, विश्वास रखो कि जिहड़ा मेरा गुरु ढाढा है, गुरु समर्थ है। दूजे घर गुआंढियां दे घर मंगण ओ जावेगा जिहदी अपने घर विच पूरी नहीं पैंदी। माँ बाप बच्चे की पालना पोषणा करते हैं। जे माँ बाप तो अपने बच्चे दियां लोड़ां नहीं पूरियां होंदियां ते वो बच्चा अपने ताए चाचियां कोल जाके मंगदा कि मेरी आ मदद करो, आ लैके देना करो। तो साडा माँ बाप कौन है? गुरु ग्रंथ साहिब महाराज। गुरु ग्रंथ साहिब महाराज ऐसे समर्थ गुरु ने जिहदे कोल सारे पदार्थ ने, दुनियावी पदार्थ भी हैं ते परमार्थी पदार्थ भी हैं। बस तू पात्र चंगा बनाना कर, तेरा पात्र चंगा होवे ते गुरु ने तेरी भावना देख के जिस तरह की तेरी भावना होवेगी उहदे मुताबिक सतगुरु ने तेनू पदार्थ पाई देना है। लोड़ है भावना दी, शरधा दी, ते गुरु उत्ते सानू विश्वास होना चाहिए, गुरु उत्ते भरोसा होना चाहिए। जे आपां गुरु उत्ते भरोसा रखांगे ना, विश्वास रखांगे, तो साडा संसार समुंदर तो पार उतारा हो जाएगा। सो सतगुरु महाराज बख्शिश कर रहे ने। सकरांत शब्द संस्कृत का, सकरांत तो बिगड़ के शब्द बन गया सगरांद, जिन्होंने आप सगरांद के नाम नाल जानते हैं। सो सतगुरु जी 12 महानामे बाणी दे विच 134 अंक ते भादो दे महीने द्वारा पातशाह जी सानू पावन उपदेश बख्शिश कर रहे हैं। आओ अपनियां मन बिरतियां एकागर करिए, ध्यान गुरु चरणों नाल जोड़ीए ते गुरु महाराज जी दे पावन उपदेश नूं हिरदियां विच वसा के अपना जीवन सफला करिए। विचार प्रारंभ करन तो पहला सारे आपां अपनी रचना नूं करिए पवित्र ते उचारण करो जी सतनाम श्री वाहिगुरु साहिब जी। भादोए भरम भुलाणिया दूजा लगा हेत, लख सीगार बनाया कारज नाही केत। मनुखा जन्म रूपी भादो का महीना है। इस मनुखा जन्म रूपी भादो के महीने विच जिहड़ी जीव इस्तरी है ये भरम भुलाणियां भरम विच भुलियां फिरदियां हन। ते इन्हां दी हालत कैसी है? दूजा लगा हेत कि एक अपने पति परमेश्वर नूं छड्ड के दूजे होरनां दे नाल देवी देवतियां दी इत्यादक मड़ियां मसाणां दी पत्थरां दी पूजा दे विच ये जीव इस्तरी लगी हुई है। ते इस तरह ये भरम विच भुली फिरदी है, क्योंकि जिहड़ा मनुखा जन्म सानू प्राप्त होया है, इस मनुखा जन्म दे विच असी नाम जप के बंदगी करके लाहे प्राप्त करके अपने जीवन को सफला करना है। जे साडा भरोसा एक गुरु ते है, परमेश्वर उत्ते है, ते असी फिर उस मालक नाल एकमिक होवांगे। जिमें दरिया वगदे ने, नदियाँ वगदियाँ, झरने वगदे ने, इन्हां दी मंजिल की है? सब तो बड़ा की है? समुंदर है। इन्हां दी मंजिल समुंदर है। हुण देखो ये मार्ग नदी वग रही है, दरिया वग रहा, तो रस्ते च बड़े बड़े पत्थर आउंदे ने, रुकावटां आउंदियां ने, पर उन्हां पत्थरां नूं चीर के रुकावटां नूं दूर करके जिहड़ी ये पानी है, नदी का पानी या दरिया का पानी है, वो अगे बढ़ता जाता है। तो भाव सिक्ख्या की मिलती है? क्योंकि उन्होंने पता है कि मेरी मंजिल जिहड़ी है वो समुंदर है। जदों मैं समुंदर विच मिल गया तो फिर मैं समुंदर का रूप हो जावांगा।
देखो समुंदर विच दरियावां दा पानी, नदियां दा पानी जाके समाउंदा, ते जदों समुंदर विच जाके समा जांदा फिर उदों कोई नहीं आखदा कि ये नदी दा फलानी नदी दा पानी है, ये गंगा दा पानी है, ये जमुना दा पानी है, ये गोदावरी दा पानी है, ते कोई नहीं आखदा। उदों सारे कहंदे ने ये समुंदर है, ये समुंदर दा पानी है। इसे तरह ही जिहड़े परमेश्वर की आराधना करते ने, वाहिगुरू के गुणां का गायन करते हैं, तो सतगुरु कहते ने फिर वो परमेश्वर के गुण गायन करके परमेश्वर विच भेद होंदे, लीन होंदे, ते उसे ही मालक वाहिगुरू का वो रूप बन जाते ने। फिर गुरबाणी ने फैसला करता कि हर जन हर अंतर नहीं, नानक साची जान। इहो जी अवस्था बन जाती है। तो पातशाह उन्हां जीव इस्त्रियां की गल करते हैं ਜਿਹੜੀਆਂ जीव इस्त्रियां एक परमेश्वर नूं छड्ड के एक छोड़ दूजा लगे डुबे से बन जा रहा, एक परमेश्वर नूं छड्ड के थावां थावां ते अपना जाके सीस झुकांदियां फिरदियां ने, ते दवैत विच हन, दुबधा विच हन। कहंदे इस तरह वो भरम विच ही भुलियां फिरदियां हन। लख सीगार बनाया कारज नाही केत। पतख तौर ते पति पत्नी का आपसी प्यार है, तो जे पत्नी ते पति का प्रेम ना होवे, आपस विच किसी छोटी छोटी गल तो झगड़े होण जां लड़ाइयां घर विच होवे, ते पत्नी फिर अपने पति नूं खुश करन दे लई चाहे लखां शिंगार बना लैण, लखां शिंगार कर लवे, ते जेकर गुरु सवारे मन नहीं मिलता तो फिर उत्थे भी वो शिंगार किसी काम नहीं आते हैं। इस तरह ही सतगुरु समझाते ने, कहते ने कियो शिंगार मिलन कै ताई, हर ना मिले जग जीवन गुसाई, हर मेरा पिर हो हर की बोहरी आ, राम बड्डो मैं तन कलोहरी आ। कहते उस मालक नूं पति परमेश्वर नूं मिलण लई शिंगार किया। शिंगार किहड़ा हो गया? जप तप रूपी शिंगार। ये सारे शिंगार कीते जिन्ने भी धर्म के जिहड़े अपने अपने धर्म दीयां निशानियां ने, जो नियम बनाए हुए ने कि इहदे मुताबक उस मालक की आराधना करनी है, वो सारे शिंगार करके देख ले। कहंदे ने पर शिंगार कीता ते हरि परमात्मा वाहिगुरू जिहड़ा वो मिलिया नहीं। पति परमेश्वर नूं खुश करन दे लई शिंगार कीता सी, पर होया की है कि पति परमेश्वर की प्रसन्नता प्राप्त नहीं हुई। वो पति परमेश्वर नाल मिलाप नहीं हो सकिया। कारण की है कि मन दे विच दुबधा है, दवैत है। दवैत होने करके एक निरंकार वाहिगुरू दीयां खुशियां सानू नसीब नहीं होईयां। सो सतगुरु जी समझाते ने, कहते इस तरह शिंगार किया पति परमेश्वर की प्रसन्नता लैण वास्ते, पर कहते गल की हुई, कहते वो हरि परमात्मा तो मिलिया नहीं, हरि परमात्मा की प्रसन्नता नहीं मिली, क्योंकि तेरे अंदर कमी है। जिमें प्रतख तौर पर धर्म के नां ते शिंगार किए जाते हैं, वड्डियां वड्डियां मालां गल विच पहन लईआं, ते बड़े बड़े टिक्के ला ले, बोधियां रख लीआं। होर नेकां धर्म ने, अपने अपने धर्म के हर एक दे नियम ने, किसी की निंदिया नहीं है। पर जिहड़े केवल दिखावे मात्र हन, दिखाण केवल धर्म का लिबास पहनिया होया ते धर्म की जिहड़ी कमाई नहीं कर रहे हैं, तो वो जिहड़े असल विच धर्म है की है। जदों गुरु ग्रंथ साहिब महाराज नूं पुछीए कि सतगुरु सब तो श्रेष्ठ धर्म किहड़ा है, तो धन गुरु ग्रंथ साहिब महाराज उत्तर दिंदे ने, कहंदे ने सर्व धर्म मैं श्रेष्ठ धर्म, हर को नाम जप उत्तम कर्म। जिस धर्म दे विच कहंदे हरि दा नाम जपिया जांदा, बंदगी कीती जांदी है, असल विच वो श्रेष्ठ धर्म है, वो चंगा धर्म है। ते गुरु साहिबान जी कहंदे ने उन्हां लोकां दी गल करदे ने जिहड़ियां जीव इस्त्रियां ने केवल धर्म दे नां ते शिंगार कीते, वर्त रख ले, पूजा इत्यादि कर रहे ने,
ਤੇ ਇਸ ਤਰ੍ਹਾਂ ਸਾਰੇ ਹੀ ਕਰਮ ਕਾਂਡ ਕੀਤੇ, ਪੁੱਠੇ ਲਮਕ ਕੇ ਭਜਨ ਬੰਦਗੀ ਕੀਤੀ ਤੇ ਇਹ ਜਲ ਧਾਰੇ ਕਰਨਾ ਕੀਤੇ, ਆਪਣੇ ਸਰੀਰ ਨੂੰ ਕਸ਼ਟ ਦੇਣਾ ਕੀਤਾ। ਪਰ ਕਹਿੰਦੇ ਗੱਲ ਕੀ ਹੈ, ਇਹਨਾਂ ਸ਼ਿੰਗਾਰਾਂ ਕੇਵਲ ਇਹ ਦਿਖਾਵੇ ਮਾਤਰ ਸਨ, ਅੰਦਰ ਪ੍ਰੇਮ ਨਹੀਂ ਸੀ ਪਰਮੇਸ਼ਰ ਦੇ ਪ੍ਰਤੀ, ਜਿਸ ਕਰਕੇ ਉਹ ਕੀਤੇ ਹੋਏ ਸ਼ਿੰਗਾਰ ਕਿਸੇ ਕੰਮ ਨਹੀਂ ਆਏ। ਤੇ ਸਤਿਗੁਰੂ ਕਹਿੰਦੇ ਨੇ ਫਿਰ ਉਹ ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਦੇਖੋ 100 ਸੁਹਾਗਣ ਨਾਮੇ ਇੱਕ ਫਕੀਰ ਹੋਇਆ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ, ਨਸ਼ਹਿਰੇ ਪੰਨੂ, ਜਿਹਨੇ ਆਪਣੇ ਸਰੀਰ ਉੱਤੇ ਇਸਤਰੀਆਂ ਵਾਲੇ ਵਸਤਰ ਪਹਿਨੇ ਹੋਏ ਸਨ ਤੇ ਸਾਰੇ ਸ਼ਿੰਗਾਰ ਕਰਦਾ ਸੀ। ਤੇ ਜਦੋਂ ਪੂਰਨਮਾਸ਼ੀ ਦੀ ਰਾਤ ਹੋਣੀ ਤੇ ਉਦੋਂ ਉਹਨੇ ਆਪਣੇ ਬੜਾ ਉਹਦੇ ਡੇਰੇ 'ਤੇ ਇਕੱਠ ਹੋਣਾ, ਵੱਡਾ ਇਕੱਠ ਹੋਣਾ। ਤੇ ਉਹਨੇ ਇਹ ਆਮ ਜਿਹੜੀ ਆਪਣੇ ਚੇਲਿਆਂ ਦੇ ਰਾਹੀਂ ਇਹ ਖਬਰ ਗੱਲ ਫੈਲਾਈ ਹੋਈ ਸੀ ਕਿ ਅੱਜ ਦੀ ਰਾਤ ਜਿਹੜਾ ਹੈ 100 ਸੁਹਾਗਣ ਨੂੰ ਉਹਦਾ ਪਤੀ ਪਰਮੇਸ਼ਰ ਦੀ ਨਾਲ ਮਿਲਾਪ ਹੁੰਦਾ ਹੈ। ਤੇ ਧੰਨ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇ ਮਰ ਨਗਰ 'ਚ ਪਹੁੰਚੇ। ਇੱਕ ਮਾਈ ਦਾ ਪ੍ਰੇਮ ਦੇਖ ਕੇ ਮਾਈ ਨੂੰ ਨਿਵਾਜਣਾ ਕੀਤਾ। ਸਤਿਗੁਰੂ ਨੇ ਦੇਖਿਆ ਕਿ ਸਾਹਮਣੇ ਇੱਕ ਡੇਰਾ ਬਣਿਆ, ਬਹੁਤ ਭਾਰੀ ਲੋਕਾਂ ਦਾ ਇਕੱਠ ਹੈ। ਤੇ ਮਾਈ ਨੂੰ ਪੁੱਛਦੇ ਨੇ, ਕਹਿੰਦੇ ਮਾਈ ਇੱਥੇ ਕੌਣ ਰਹਿੰਦਾ ਹੈ? ਅੱਗੋਂ ਮਾਈ ਨੇ ਉੱਤਰ ਦੇਣਾ ਕੀਤਾ, ਕਹਿਣ ਲੱਗੀ ਇੱਥੇ ਫਕੀਰ ਰਹਿੰਦਾ ਜਿਹਦਾ ਨਾਮ ਹੈ 100 ਸੁਹਾਗਣ ਹੈ। ਉਹ ਪੁਰਸ਼ ਹੈ ਪਰ ਇਸਤਰੀਆਂ ਵਾਲੇ ਲਿਬਾਸ ਪਹਿਨਦਾ, ਸਾਰੇ ਸ਼ਿੰਗਾਰ ਕਰਦਾ। ਤੇ ਉਹਨੇ ਇਹ ਖਬਰ, ਇਹ ਢੰਡੋਰਾ ਫਰਾਇਆ ਹੋਇਆ ਕਿ ਅੱਜ ਦਾ ਦਿਨ, ਅੱਜ ਦੀ ਰਾਤ ਮੇਰਾ ਪਤੀ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ। ਦੀਨ ਦੁਨੀਆ ਦੇ ਮਾਲਕ ਜੋ ਅੰਤਰਜਾਮੀ ਹਨ ਪਾਤਸ਼ਾਹ, ਕਹਿੰਦੇ ਉਸ ਸਮੇਂ 100 ਸੁਹਾਗਣ ਦੇ ਡੇਰੇ ਵਿੱਚ ਗਏ, ਨਾਲ ਭਾਈ ਮਰਦਾਨਾ ਜੀ ਹਨ। ਜਦੋਂ ਸਤਿਗੁਰੂ ਕਮਰੇ ਅੰਦਰ ਪ੍ਰਵੇਸ਼ ਹੋਣ ਲੱਗੇ, ਅੱਗੇ ਸੇਵਾਦਾਰ ਖਲੋਤੇ ਨੇ, ਕਹਿਣ ਲੱਗੇ ਕਿ ਤੁਸੀਂ ਨਹੀਂ ਮਿਲ ਸਕਦੇ ਹਨ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਇੱਕ ਵਾਰੀ ਆਪਣੇ ਮਾਲਕ ਨੂੰ ਜਾ ਕੇ ਇਹ ਸੁਨੇਹਾ ਦੇਵੋ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ, ਤੁਹਾਨੂੰ ਮਿਲਣਾ ਚਾਹੁੰਦੇ ਹਨ। ਜਦੋਂ 100 ਸੁਹਾਗਣ ਨੂੰ ਅੰਦਰ ਜਾ ਕੇ ਸੁਨੇਹਾ ਦਿੱਤਾ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਆਏ ਨੇ, ਤੁਹਾਨੂੰ ਮਿਲਣਾ ਚਾਹੁੰਦੇ ਹਨ, ਤੇ 100 ਸੁਹਾਗਣ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਤੇ ਇਹ ਉੱਤਰ ਦੇਣਾ ਕੀਤਾ ਕਿ ਅੱਜ ਮੇਰਾ ਮਿਲਾਪ ਪਤੀ ਪਰਮੇਸ਼ਰ ਨਾਲ ਹੋ ਰਿਹਾ ਏ, ਅੱਜ ਦਾ ਦਿਨ ਮੈਂ ਕਿਸੇ ਨਾਲ ਨਹੀਂ ਮਿਲਦਾ। ਇਨਕਾਰ ਕੀਤਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਚੱਲ ਭਾਈ ਮਰਦਾਨਿਆ, ਕਰਤਾਰ ਦੀ ਇਹੀ ਮਰਜ਼ੀ ਹੈ। ਸਤਿਗੁਰੂ ਦੀਨ ਦੁਨੀਆ ਦੇ ਮਾਲਕ ਨੂੰ ਚਾਲੇ ਪਾਏ। ਕਹਿੰਦੇ ਥੋੜ੍ਹੀ ਦੇਰ ਬਾਅਦ ਜਿੰਨੇ ਵੀ 100 ਸੁਹਾਗਣ ਦੇ ਸੇਵਾਦਾਰ ਸੀ, ਸੰਗਤ ਸੀ, ਸੰਗਤ ਦੇ ਧੜੇ ਬਣੇ, ਉਹਨਾਂ ਵਿੱਚ ਆਪਸੀ ਝਗੜਾ ਹੋਇਆ। ਇੱਕ ਦੂਜੇ ਨੂੰ ਉਹ ਮਾਰਨ ਲੱਗੇ, ਇੱਕ ਦੂਜੇ ਨੂੰ ਮਾਰਦੇ ਉਸ ਕਮਰੇ ਤੱਕ ਆ ਕੇ ਪਹੁੰਚ ਕੇ ਜਿੱਥੇ 100 ਸੁਹਾਗਣ ਆਪਣੇ ਜਿਸ ਕਮਰੇ ਵਿੱਚ ਬੈਠਾ ਹੋਇਆ ਸੀ। ਜਦੋਂ ਬੜੀ ਜ਼ੋਰ ਦੀ ਦਰਵਾਜ਼ੇ ਨਾਲ ਜਾ ਕੇ ਵੱਜੇ ਨੇ, ਦਰਵਾਜ਼ਾ ਖੁੱਲ੍ਹਿਆ ਤੇ ਕੀ ਦੇਖਦੇ ਨੇ ਕਿ ਉਹੀ 100 ਸੁਹਾਗਣ ਇੱਕ ਨੌਜਵਾਨ ਇਸਤਰੀ ਦੇ ਨਾਲ ਕਰਮ ਕਰ ਰਿਹਾ ਸੀ। ਲੋਕਾਂ ਦਾ ਧਿਆਨ ਗਿਆ, ਲੜਾਈ ਵੱਲੋਂ ਧਿਆਨ ਹਟਿਆ ਤੇ ਸਾਰਿਆਂ ਨੇ 100 ਸੁਹਾਗਣ ਨੂੰ ਪਕੜ ਲਿਆ, ਉਹਨੂੰ ਮਾਰਨਾ ਕੀਤਾ, ਉਹਦਾ ਡੇਰਾ ਲੁੱਟਣਾ ਕੀਤਾ। ਇਹ ਤਾਂ ਪਖੰਡੀ ਆ, ਆਪਾਂ ਤਾਂ ਇਹਦੇ ਦਰ 'ਤੇ ਐਵੇਂ ਆਉਂਦੇ ਆ, ਇੰਨਾ ਸਮਾਂ ਹੋ ਗਿਆ ਸਾਨੂੰ ਆਉਂਦਿਆਂ ਨੂੰ। ਤੇ ਗੁਰੂ ਸਵਾਰਿਓ ਉਹਦੀ ਹਾਲਤ ਬੜੀ ਤਰਸਯੋਗ ਹੋ ਗਈ। ਸਮਾਂ ਲੰਘਿਆ। 1 ਸਾਲ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਉਸੇ ਮਾਈ ਨੂੰ ਆ ਕੇ ਨਿਵਾਜਿਆ, ਉਸ ਮਾਈ ਦੇ ਘਰ ਦੇ ਪਹੁੰਚੇ ਤੇ ਸਤਿਗੁਰੂ ਦੇਖਦੇ ਨੇ ਕਿ ਅੱਜ ਉਸ ਡੇਰੇ ਵਿੱਚ ਕੋਈ ਰੌਣਕ ਨਹੀਂ ਹੈ, ਕੋਈ ਮਨੁੱਖ ਦਿਖਾਈ ਨਹੀਂ ਦੇ ਰਿਹਾ। ਮਾਈ ਨੂੰ ਪੁੱਛਿਆ ਤੇ ਮਾਈ ਕਹਿਣ ਲੱਗੀ, ਉਹ ਤਾਂ ਪਖੰਡੀ ਸੀ ਜੀ, ਤੁਸੀਂ ਗਏ ਨੇ, ਤੁਹਾਤੋਂ ਬਾਅਦ ਪਾਤਸ਼ਾਹ ਆ ਘਟਨਾ ਵਾਪਰੀ ਹੈ, ਪਰ ਇਸਤਰੀ ਦੀ ਉਹ ਸੰਗਤ ਕਰ ਰਿਹਾ ਸੀ। ਦੀਨ ਦੁਨੀਆ ਦੇ ਮਾਲਕ ਇਸ ਤਰ੍ਹਾਂ ਬਚਨ ਬਿਲਾਸ ਕਰ ਰਹੇ ਨੇ। ਇੰਨੇ ਚਿਰ ਨੂੰ ਕਹਿੰਦੇ ਇੱਕ ਜਿਹੜਾ ਲੂਲਾ ਸੀ, ਲੰਗੜਾ ਸੀ, ਇੱਕ ਮਨੁੱਖ ਆ ਗਿਆ ਜਿਹਨੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜ ਕੋਲ ਬੇਨਤੀ ਕੀਤੀ ਕਿ ਪਾਤਸ਼ਾਹ ਮੇਰੀਆਂ ਲੱਤਾਂ ਕੰਮ ਨਹੀਂ ਕਰਦੀਆਂ ਹਨ, ਆਪ ਜੀ ਬਖਸ਼ਿਸ਼ ਕਰੋ ਤਾਂ ਕਿ ਮੈਨੂੰ ਤੁਰਨ ਦੀ ਸਮਰੱਥਾ ਮੈਨੂੰ ਪ੍ਰਾਪਤ ਹੋ ਜਾਵੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ
ਕਹਿਣ ਲੱਗੇ ਕਿ ਭਾਈ ਤੈਨੂੰ ਠੀਕ ਅਸੀਂ ਕਰ ਦਿਆਂਗੇ, ਠੀਕ ਤੂੰ ਹੋ ਜਾਵੇਗਾ, ਪਰ ਗੱਲ ਯਾਦ ਰੱਖਣੀ ਹੈ ਜਦੋਂ ਤੈਨੂੰ ਕੋਈ ਪੁੱਛੇ ਤੈਨੂੰ ਕਿਹਨੇ ਠੀਕ ਕੀਤਾ ਹੈ, ਉਦੋਂ ਤਾਂ ਆਖਣਾ ਕਿ ਮੈਨੂੰ ਸੋਹ ਸੁਹਾਗਣ ਨੇ ਠੀਕ ਕੀਤਾ ਹੈ। ਜੇ ਤੇ ਆਖਿਆ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਠੀਕ ਕੀਤਾ, ਤੇਰੀ ਲੱਤਾਂ ਦੁਆਰਾ ਫਿਰ ਖੁਆਰ ਹੋ ਜਾਣਗੀਆਂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਸ ਮਨੁੱਖ ਦੀਆਂ ਲੱਤਾਂ ਠੀਕ ਹੋਈਆਂ, ਵਧੀਆ ਤੁਰਨ ਲੱਗ ਪਿਆ। ਤੇ ਜਿਹੜਾ ਜਦੋਂ ਰਸਤੇ ਵਿੱਚ ਕੋਈ ਮਿਲਦਾ ਕਿਹਨੇ ਠੀਕ ਕੀਤਾ, ਕਹਿਣ ਲੱਗਿਆ ਸੋਹ ਸੁਹਾਗਣ ਨੇ। ਕਿਹਨੇ ਠੀਕ ਕੀਤਾ, ਸੋਹ ਸੁਹਾਗਣ ਨੇ। ਇੰਜ ਵਿਚਰਦਾ ਹੋਇਆ ਸੋਹ ਸੁਹਾਗਣ ਦੇ ਡੇਰੇ 'ਚ ਪਹੁੰਚ ਗਿਆ। ਸੋਹ ਸੁਹਾਗਣ ਬੈਠਾ ਹੋਇਆ ਦੇਖਦਾ ਕਿ ਇਸ ਮਨੁੱਖ ਦੀਆਂ ਲੱਤਾਂ ਖਰਾਬ ਸੀ, ਇਹ ਤੁਰ ਨਹੀਂ ਸਕਦਾ ਸੀ, ਇਹ ਕਿਵੇਂ ਠੀਕ ਹੋਇਆ। ਉਹਨੇ ਪੁੱਛਿਆ, ਹਾਲਾਂਕਿ ਉਹ ਜਾਣਦਾ ਕਿ ਸੋਹ ਸੁਹਾਗਣ ਹੈ, ਪਰ ਉਹਦੇ ਮੁੱਖ ਉੱਤੇ ਆਖਣ ਲੱਗਿਆ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ, ਜੇ ਮੇਰਾ ਨਾਮ ਲਿਆ ਤੇਰੀ ਲੱਤਾਂ ਦੁਆਰਾ ਖੁਆਰ ਹੋਣਗੀਆਂ। ਤੇ ਕਹਿਣ ਲੱਗਾ ਸੋਹ ਸੁਹਾਗਣ ਪੁੱਛਦਾ, ਪੁਰਖਾ ਤੈਨੂੰ ਕਿਹਨੇ ਠੀਕ ਕੀਤਾ। ਅੱਗੋਂ ਮਨੁੱਖ ਉੱਤਰ ਦਿੰਦਾ ਕਿ ਸੋਹ ਸੁਹਾਗਣ ਦਾ। ਕਹਿਣ ਲੱਗਿਆ ਮੇਰੇ ਨਾਲ ਕੋਝਾ ਮਜ਼ਾਕ ਕਰਦਾ ਹੈ, ਮੈਂ ਤੈਨੂੰ ਕਦੋਂ ਠੀਕ ਕਰਨਾ ਕੀਤਾ। ਜਦੋਂ ਉਹ ਬਾਰ-ਬਾਰ ਪੁੱਛਦਾ, ਕਹਿਣ ਲੱਗਾ ਮੈਨੂੰ ਨਹੀਂ ਪਤਾ, ਮੈਨੂੰ ਵੀ ਪਤਾ ਤੂੰ ਠੀਕ ਕਰਨ ਵਾਲਾ ਨਹੀਂ ਹੈ, ਪਰ ਜਿਸ ਮਾਲਕ ਨੇ ਮੈਨੂੰ ਠੀਕ ਕੀਤਾ ਹੈ ਉਸ ਮਾਲਕ ਨੇ ਤੇਰਾ ਨਾਮ ਲੈਣਾ ਕੀਤਾ ਹੈ, ਕਿ ਜਦੋਂ ਤੈਨੂੰ ਕੋਈ ਪੁੱਛੇ ਕਿਹਨੇ ਠੀਕ ਕੀਤਾ ਤੇ ਆਖਣਾ ਮੈਨੂੰ ਸੋਹ ਸੁਹਾਗਣ ਨੇ ਠੀਕ ਕੀਤਾ ਹੈ। ਕਹਿਣ ਲੱਗਿਆ ਉਹ ਕਿੱਥੇ ਨੇ। ਕਹਿਣ ਲੱਗੇ ਉਹ ਸਮਾਈ ਦੇ ਘਰ ਹਨ। ਕਹਿੰਦੇ ਨੇ ਸੋਹ ਸੁਹਾਗਣ ਦੇ ਮਨ 'ਚ ਇਹ ਵਿਚਾਰ ਆਈ, ਕਿਤੇ ਉਹੀ ਗੁਰੂ ਨਾਨਕ ਸਾਹਿਬ ਮਹਾਰਾਜ ਨਾ ਹੋਣ ਜਿਹੜੇ ਪਿਛਲੇ ਸਾਲ ਮੇਰੇ ਡੇਰੇ 'ਚ ਆਏ ਸਨ, ਅਤੇ ਉਹਨਾਂ ਨੂੰ ਮੈਂ ਆਉਂਦਿਆਂ ਨੂੰ ਦਰਵਾਜ਼ਾ ਨਹੀਂ ਖੋਲ੍ਹਣਾ ਕੀਤਾ ਸੀ, ਅਤੇ ਸਤਿਗੁਰੂ ਚਲੇ ਗਏ ਪਿੱਛੋਂ, ਫਿਰ ਇਹ ਘਟਨਾ ਵਾਪਰੀ ਹੈ। ਕਹਿੰਦੇ ਮਾਈ ਦੇ ਘਰ ਵਿੱਚ ਜਾ ਕੇ ਪਹੁੰਚਿਆ, ਸਤਿਗੁਰੂ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤੇ। ਦਰਸ਼ਨ ਦੀਦਾਰੇ ਕਰਕੇ ਗਦਗਦ ਹੋਇਆ ਤੇ ਸਤਿਗੁਰ ਦੇ ਚਰਨਾਂ 'ਚ ਮੱਥਾ ਟੇਕਿਆ, ਆਪਣੇ ਕੀਤੇ ਗੁਨਾਹ ਦੀ ਮਾफ़ੀ ਮੰਗਣਾ ਕੀਤੀ ਕਿ ਪਾਤਸ਼ਾਹ ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ ਹੈ। ਜੇ ਆਪ ਜੀ ਤੋਂ ਉਦੋਂ ਮੈਂ ਜੀ ਆਇਆ ਆਖ ਦਿੰਦਾ, ਆਪ ਜੀ ਨਾਲ ਮੇਰਾ ਮਿਲਾਪ ਹੋ ਜਾਂਦਾ, ਤੇ ਅੱਜ ਮੇਰੀ ਹਾਲਤ ਇਹੋ ਜਿਹੀ ਨਹੀਂ ਹੋਣੀ ਸੀ। ਸਤਿਗੁਰੂ ਕਿਰਪਾ ਕਰੋ, ਮੈਨੂੰ ਪਾਵਨ ਉਪਦੇਸ਼ ਬਖਸ਼ਣਾ ਕਰੋ। ਕਹਿੰਦੇ ਨੇ ਉਸ ਸਮੇਂ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਿਲੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸੀ। ਕਹਿਣ ਲੱਗੇ ਭਾਈ ਮਰਦਾਨਾ ਜੀ ਰਵਾਬ ਤਿਆਰ ਕਰੋ, ਰਵਾਬ ਸੁਰ ਕਰੋ, ਬਾਣੀ ਆਈ ਹੈ। ਕਹਿੰਦੇ ਉਸ ਸਮੇਂ ਭਾਈ ਮਰਦਾਨਾ ਜੀ ਰਵਾਬ ਵਜਾ ਰਹੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੀ ਰਸਨਾ ਤੋਂ ਰੱਬੀ ਕਲਾਮ ਉਚਾਰਨ ਕੀਤਾ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ, ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਤਿਨਾ ਕੈ, ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨੈ ਜਾਓ ਰਹਾਓ, ਕਾਇਆ ਰੰਗਣ ਜੇਤੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ, ਤੇ ਸੋਹ ਸੁਹਾਗਣ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਬਣਿਆ। ਸਿੱਖ ਬਣਿਆ, ਸਿੱਖੀ ਕਮਾਣਾ ਕੀਤੀ, ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਦਾ। ਸੋ ਕਹਿਣ ਦਾ ਭਾਵ ਹੈ ਕਿ ਇਸ ਤਰ੍ਹਾਂ ਧਰਮ ਦੇ ਜਿਹੜੇ ਨਾਂ 'ਤੇ ਪਖੰਡ ਕਰਨੇ, ਉਹਨਾਂ ਪਖੰਡੀਆਂ ਦਾ ਪਖੰਡ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨੇ ਦੂਰ ਕੀਤਾ ਹੈ। ਤੇ ਇੱਥੇ ਵੀ ਸਤਿਗੁਰੂ ਉਹੀ ਇੱਥੇ ਬਚਨ ਕਰਦੇ ਨੇ, ਕਹਿੰਦੇ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਪਰਮੇਸ਼ਰ ਦੀ ਪ੍ਰਸੰਨਤਾ ਲੈਣ ਵਾਸਤੇ, ਪਤੀ ਪਰਮੇਸ਼ਰ ਦੀ ਪ੍ਰਸੰਨਤਾ ਲੈਣ ਵਾਸਤੇ, ਧਰਮ ਦੇ ਨਾਂ 'ਤੇ
ਲੱਖਾਂ ਹੀ ਭਾਵੇਂ ਸ਼ਿੰਗਾਰ ਕਰ ਲੈ, ਤੂੰ ਲੱਖਾਂ ਸ਼ਿੰਗਾਰ ਕਰ, ਜਪ ਤਪ ਸੰਜਮ ਕਰ, ਵਰਤ ਰੱਖ ਇਤਿਆਦਿਕ ਇਹ ਸਾਰੇ ਕਰਮ ਕਰੀ ਜਾ, ਪਰ ਸੱਚ ਜਾਣੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਰੇ ਕਿਸੇ ਵੀ ਕੰਮ ਆਉਣ ਵਾਲੇ ਨਹੀਂ। ਮਾਫ ਕਰਨਾ ਗੁਰੂ ਸਵਾਰਿਓ, ਪੰਜਾਂ ਕਕਾਰਾਂ ਦੀ ਵਰਦੀ ਆਪਾਂ ਪਹਿਨਦੇ ਹਾਂ, ਜਦੋਂ ਖੰਡੇ ਬਾਟੇ ਦੀ ਪੋਲ ਛਕ ਲੈਂਦੇ ਹਾਂ ਤੇ ਸਾਡਾ ਨਾਮ ਨਾਲ ਸਿੰਘ ਸ਼ਬਦ ਲੱਗ ਜਾਂਦਾ ਏ, ਉਦੋਂ ਪੰਜਾਂ ਕਕਾਰਾਂ ਦੀ ਵਰਦੀ ਸਾਨੂੰ ਪਹਿਨਾਈ ਜਾਂਦੀ ਹੈ। ਜੇ ਪੰਜਾਂ ਕਕਾਰਾਂ ਦੀ ਵਰਦੀ ਪਹਿਨ ਕੇ ਆਪਾਂ ਨਿੱਤ ਦਾ ਨਿਯਮ ਨਹੀਂ ਨਿਭਾਉਂਦੇ, ਨਿਤਨੇਮ ਨਹੀਂ ਕਰਦੇ, ਅੰਮ੍ਰਿਤ ਵੇਲੇ ਸੰਭਾਲ ਨਹੀਂ ਕਰਦੇ, ਗੁਰਮੰਤਰ ਮੂਲ ਮੰਤਰ ਦਾ ਅਭਿਆਸ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਤੇ ਸਾਡਾ ਵੀ ਮਾਫ ਕਰਨਾ ਇੱਕ ਤਰ੍ਹਾਂ ਇਹ ਕੀਤਾ ਹੋਇਆ ਜਿਹੜਾ ਸ਼ਿੰਗਾਰ ਵਿਅਰਥ ਹੈ। ਗੁਰੂ ਪਾਤਸ਼ਾਹ ਦੀ ਸਾਨੂੰ ਪ੍ਰਸੰਨਤਾ ਨਹੀਂ ਮਿਲੇਗੀ। ਯੂਨੀਫਾਰਮ ਹੈ ਇੱਕ ਤਰ੍ਹਾਂ ਦੀ। ਤਾਂ ਬੱਚਾ ਸਕੂਲ ਪੜ੍ਹਨ ਲਈ ਗਿਆ, ਯੂਨੀਫਾਰਮ ਪਾਈ ਹੋਈ ਹੈ, 365 ਦਿਨ ਗਿਆ, ਇੱਕ ਦਿਨ ਛੁੱਟੀ ਨਹੀਂ ਕੀਤੀ, ਪਰ ਜੋ ਟੀਚਰ ਪੜ੍ਹਾ ਰਿਹਾ, ਟੀਚਰ ਨੇ ਸਿਲੇਬਸ ਦੇਣਾ ਕੀਤਾ ਤੇ ਬੱਚੇ ਨੇ ਗੁਰੂ ਸਰ ਸਿਲੇਬਸ ਨਹੀਂ ਕੀਤਾ, ਜਦੋਂ ਪੇਪਰ ਹੋਏ ਤੇ ਪੇਪਰਾਂ ਵਿੱਚ ਫੇਲ ਹੋ ਗਿਆ, ਪਾਸ ਨਹੀਂ। ਪਾਸ ਕਿਵੇਂ ਹੋਵੇ ਕਿ ਪੜ੍ਹਾਈ ਕੀਤੀ ਨਹੀਂ ਹੈ, ਹਾਜ਼ਰੀ ਲਵਾਈ ਹੈ, ਹਾਜ਼ਰੀ ਲਵਾ ਲਈ ਹੈ, ਪਰ ਗੁਰੂ ਸਵਾਰਿਓ ਕਮਾਈ ਨਹੀਂ ਕੀਤੀ, ਪੜ੍ਹਾਈ ਨਹੀਂ ਕੀਤੀ, ਤੇ ਪਰ ਜਦੋਂ ਪੜ੍ਹਾਈ ਨਹੀਂ ਹੋਈ ਤੇ ਪਾਸ ਕਿਵੇਂ ਹੋਵੇਗਾ। ਇਸੇ ਤਰ੍ਹਾਂ ਹੀ ਗੁਰਮਤਿ ਦੀ ਪੜ੍ਹਾਈ ਆਪਾਂ ਕਰਨੀ ਹੈ, ਖੰਡੇ ਬਾਟੇ ਦੀ ਪੋਲ ਛਕ ਕੇ ਤੇ ਸਤਿਗੁਰ ਦੀ ਬਾਣੀ ਦਾ ਆਸਰਾ ਲੈਣਾ, ਬਾਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਜੀ ਦੇ ਬਚਨ ਨੇ, ਬਹੁਤ ਸਾਰੇ ਪ੍ਰਮਾਣ ਸਾਨੂੰ ਮਿਲਦੇ ਨੇ। ਸੋ ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਕੇਵਲ ਵਿਖਾਵੇ ਮਾਤਰ ਹੀ ਇਹ ਲਿਬਾਸ ਪਹਿਨਿਆ ਹੋਇਆ ਹੈ, ਅੰਦਰ ਧਰਮ ਨਹੀਂ ਹੈ ਤੇ ਅੰਦਰ ਗੁਰੂ ਸਵਾਰੇ ਪਰਮੇਸ਼ਰ ਦੇ ਪ੍ਰਤੀ, ਗੁਰੂ ਦੇ ਪ੍ਰਤੀ ਪ੍ਰੇਮ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਨੇ, ਉਹਨਾਂ ਜੀਵ ਇਸਤਰੀਆਂ ਦਾ ਕੀਤਾ ਹੋਇਆ ਸ਼ਿੰਗਾਰ ਲੱਖ ਸੀਗਾਰ ਬਣਾਇਆ, ਕਾਰਜ ਨਾਹੀ ਕੇਤ। ਕਹਿੰਦੇ ਜੇ ਚਾਹੇ ਲੱਖਾਂ ਪ੍ਰਕਾਰ ਦੇ ਉਹ ਸ਼ਿੰਗਾਰ ਕਰ ਲੈਣ, ਕਹਿੰਦੇ ਸੱਚ ਜਾਣਿਓ ਉਹਦਾ ਕਿਸੇ ਵੀ ਕੰਮ ਆਉਣ ਵਾਲਾ ਸ਼ਿੰਗਾਰ ਨਹੀਂ ਆ, ਉਦੋਂ ਪਰਮਾਤਮਾ ਦੀ ਪ੍ਰਭੂ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਹੋਵੇਗੀ। ਜਿਤ ਦਿਨ ਦੇਹ ਬਿਨਸਸੀ, ਤਿਤ ਵੇਲਾ ਕਹਿਸਨ ਪ੍ਰੇਤ। ਅਗਲਾ ਬਚਨ ਗੁਰੂ ਪਾਤਸ਼ਾਹ ਜੀ ਕਰ ਰਹੇ ਨੇ, ਕਹਿੰਦੇ ਐ ਜੀਵ ਤੈਨੂੰ ਆਪਣੀ ਦੇਹੀ ਉੱਤੇ ਬੜਾ ਮਾਣ ਹੈ, ਦੇਹੀ ਉੱਤੇ ਤੈਨੂੰ ਮਾਣ ਬੜਾ ਆਪਣਾ, ਜਵਾਨੀ ਉੱਤੇ ਜੋਬਨ ਤੋਂ ਤੈਨੂੰ ਮਾਣ ਹੈ, ਪਰ ਤੈਨੂੰ ਇਹ ਪਤਾ ਹੈ ਜਿਸ ਪਰਿਵਾਰ ਦੇ ਵਿੱਚ ਤੂੰ ਰਲਿਆ ਮਿਲਿਆ ਹੋਇਆ ਹੈ, ਪਰਿਵਾਰ ਨਾਲ ਬੜਾ ਪ੍ਰੇਮ ਕਰਦਾ। ਠੀਕ, ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਬੱਚਿਆਂ ਨਾਲ, ਪੁੱਤਰਾਂ ਧੀਆਂ ਨਾਲ ਜਾਂ ਪਤਨੀ ਪਤੀ ਨਾਲ ਪ੍ਰੇਮ ਨਹੀਂ ਕਰਨਾ ਹੈ। ਤੇ ਸਤਿਗੁਰੂ ਦਾ ਕਹਿਣ ਦਾ ਭਾਵ ਕੀ ਹੈ ਕਿ ਜਦੋਂ ਆਪਣੇ ਪਰਿਵਾਰ ਵਿੱਚ ਬੈਠਣਾ ਤੇ ਉਦੋਂ ਮਾਲਕ ਦਾ ਸ਼ੁਕਰ ਕਰਨਾ, ਧੰਨਵਾਦ ਕਰਨਾ ਕਿ ਮੇਰੇ ਮਾਲਕ ਜੀ ਤੈਂ ਮੇਰੀ ਟਹਿਲ ਸੇਵਾ ਲਈ ਮੈਨੂੰ ਮੇਰਾ ਪਰਿਵਾਰ ਦੇਣਾ ਕੀਤਾ, ਬੱਚੇ ਦੇਣਾ ਕੀਤੇ ਨੇ, ਪੁੱਤਰ ਧੀਆਂ ਦੇਣਾ ਕੀਤੀਆਂ ਨੇ, ਸ਼ੁਕਰ ਕਰਨਾ ਹੈ। ਪਰ ਕੇਵਲ ਉਹਨਾਂ ਦੇ ਮੋਹ ਵਿੱਚ ਖਚਿਤ ਹੋ ਕੇ ਪਰਮੇਸ਼ਰ ਨੂੰ ਹੀ ਵਿਸਾਰ ਦੇਣਾ, ਗੁਰੂ ਨੂੰ ਵਿਸਾਰ ਦੇਣਾ, ਤੇ ਸਤਿਗੁਰੂ ਕਹਿੰਦੇ ਫਿਰ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਉਹ ਜੀ ਮੋਹ ਦੀਆਂ ਤੰਦਾਂ ਵਿੱਚ ਐਸਾ ਖਚਿਤ ਹੋ ਜਾਂਦਾ ਹੈ, ਉਹ ਨਿਕਲ ਨਹੀਂ ਸਕਦਾ ਹੈ। ਕਹਿੰਦੇ ਤੈਨੂੰ ਪਤਾ ਹੈ ਜਿਤ ਦਿਨ ਦੇਹ ਬਿਨਸਸੀ, ਦੇਹੀ ਜਿਹੜੀ ਅੱਜ ਹੈ ਕੱਲ੍ਹ ਨੂੰ ਨਹੀਂ ਰਹੇਗੀ, ਇੱਕ ਦਿਨ ਤਾਂ ਦੇਹੀ ਦਾ ਖਾਤਮਾ ਹੋਣਾ ਹੈ। ਜਿੰਦ ਨਹੀਂ ਮਰਦੀ, ਜਿੰਦ ਤਾਂ ਜਿਹੜੀ ਆਤਮਾ ਨਿਕਲ ਜਾਂਦੀ ਹੈ ਔਰ ਆਤਮਾ ਪਰਮਾਤਮਾ ਦੇ ਅੱਗੇ ਪੇਸ਼ ਹੁੰਦੀ ਹੈ। ਜਿਹੋ ਜਿਹਾ ਫਿਰ ਜੀਵਨ ਨੇ ਕਰਮ ਕੀਤਾ ਉਹਦੇ ਮੁਤਾਬਕ ਸਰੀਰ ਪ੍ਰਾਪਤ ਹੋ ਜਾਂਦਾ ਹੈ, ਪਰ ਦੇਹੀ ਫਾਨੀ ਹੈ, ਨਾਸ਼ਵੰਤ ਹੈ, ਅੱਜ ਨਹੀਂ ਤਾਂ ਕਿ ਦੇਹੀ ਨੇ ਖਤਮ ਹੋਣਾ ਹੈ। ਤੇ ਸਤਿਗੁਰੂ ਕਹਿੰਦੇ ਜਿਸ ਪਰਿਵਾਰ ਵਿੱਚ ਰਿਹਾ ਉਸ ਜਦੋਂ ਜੀਵ ਚੜ੍ਹਾਈ ਕਰ ਗਿਆ, ਦੇਹੀ ਦਾ ਖਾਤਮਾ ਹੋ ਗਿਆ। ਤਿਤ ਵੇਲਾ ਕਹਿਸਨ ਪ੍ਰੇਤ, ਤੇ ਪਰਿਵਾਰ ਦੇ ਮੈਂਬਰ ਇਕੱਠੇ ਹੁੰਦੇ ਨੇ, ਰਿਸ਼ਤੇਦਾਰ ਆਉਂਦੇ, ਮਿੱਤਰ ਸੱਜਣ ਆਉਂਦੇ, ਤੇ ਜੀਵ ਨੂੰ ਚੁੱਕ ਕੇ
ਸਾੜ ਦਿੰਦੇ ਨੇ ਜਾਂ ਦਫਨਾ ਦੋ ਹੀ ਕੰਮ ਨੇ ਨਾ, ਜਾਂ ਸਾੜ ਦਿੱਤਾ ਜਾਂਦਾ ਜਾਂ ਦਫਨਾਇਆ ਜਾਂਦਾ ਹੈ। ਹਿੰਦੂ ਮਤ ਅਨੁਸਾਰ ਸਾੜਿਆ ਜਾਂਦਾ, ਸੰਸਕਾਰ ਕੀਤਾ ਜਾਂਦਾ ਹੈ। ਮੁਸਲਮਾਨ ਮਤ ਅਨੁਸਾਰ ਤੇ ਗੁਰੂ ਸਵਾਰਿਓ ਇਸ ਤਰ੍ਹਾਂ ਦਫਨਾਇਆ ਜਾਂਦਾ ਹੈ। ਤੇ ਬਾਣਾ ਮਿੱਟੀ ਹੈ, ਬਾਣਾ ਮਿੱਟੀ ਚਾਹੇ ਸਾੜ ਦਿੱਤਾ ਜਾਵੇ ਚਾਹੇ ਦਫਨਾ ਦੇ ਸਰੀਰ ਨੇ, ਅਖੀਰ ਤੇ ਮਿੱਟੀ ਬਣਨਾ ਹੈ। ਤੇ ਸਤਿਗੁਰੂ ਕਹਿੰਦੇ ਜਦੋਂ ਸੰਸਕਾਰ ਹੋ ਗਿਆ, ਅੰਤਮ ਕਿਰਿਆ ਹੋ ਗਈ, ਅੰਤਮ ਕਿਰਿਆ ਤੋਂ ਬਾਅਦ ਜੇਕਰ ਕਿਸੇ ਪਰਿਵਾਰ ਦੇ ਮੈਂਬਰ ਨੂੰ ਆਪਣੇ ਘਰ ਦਾ ਜੀ ਦਿਖਾਈ ਦੇਣ ਲੱਗ ਪਿਆ ਸੁਪਨੇ ਦੇ ਵਿੱਚ, ਤੇ ਉਦੋਂ ਆਪਣੇ ਪਰਿਵਾਰ ਦੇ ਜੀ ਨੂੰ ਦੇਖ ਕੇ ਫਿਰ ਇਹੀ ਕਹਿੰਦੇ ਨੇ ਜਿਨ੍ਹਾਂ ਨਾਲ ਤੇਰਾ ਮੋਹ ਸੀ ਕੁਟੁੰਬ ਪਰਿਵਾਰ ਦੇ ਨਾਲ, ਉਹੀ ਫਿਰ ਕਹਿੰਦੇ ਨੇ ਕਿ ਸਾਡਾ ਜਿਹੜਾ ਬਜ਼ੁਰਗ ਹੈ, ਸਾਡੇ ਘਰ ਦਾ ਜੀ ਸਾਨੂੰ ਪ੍ਰੇਤ ਬਣ ਕੇ ਡਰਾਉਂਦਾ ਏ, ਸਾਨੂੰ ਦਿਖਾਈ ਦਿੰਦਾ ਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪੇਤ ਕਰ ਭਾਗੀ, ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪੇਤ ਕਰ ਭਾਗੀ। ਤੇ ਉਦੋਂ ਹਾਲਤ ਇਹੋ ਜਿਹੀ ਹੋ ਜਾਂਦੀ ਹੈ, ਜਿਸ ਇਸਤਰੀ ਸਭ ਤੋਂ ਨਿਕਟ ਵਰਤੀ ਜੇਕਰ ਮਨੁੱਖ ਦੇ ਨਾਲ ਨੇੜੇ ਹੈ, ਉਹਦੀ ਘਰ ਵਾਲੀ ਇਸਤਰੀ ਹੈ। ਪਤੀ ਆਪਣੇ ਪਤਨੀ ਦੇ ਨੇੜੇ ਹੈ ਤੇ ਪਤਨੀ ਪਤੀ ਦੇ ਨੇੜੇ, ਸਭ ਤੋਂ ਨੇੜੇ। ਪਰ ਜੇ ਚੜ੍ਹਾਈ ਕਰਨ ਤੋਂ ਬਾਅਦ ਜੇਕਰ ਇਸ ਤਰ੍ਹਾਂ ਦਿਖਾਈ ਦੇ ਦੇਵੇ ਨਾ, ਤੇ ਉਦੋਂ ਫਿਰ ਉਹੀ ਇਸਤਰੀ ਆਖਦੀ ਹੈ ਕਿ ਮੇਰਾ ਪਤੀ ਮੈਨੂੰ ਪ੍ਰੇਤ ਬਣ ਕੇ ਡਰਾ ਰਿਹਾ ਹੈ, ਮੈਨੂੰ ਰਾਤ ਨੂੰ ਦਿਖਾਈ ਦਿੰਦਾ ਹੈ। ਤੇ ਸਤਿਗੁਰੂ ਕਹਿੰਦੇ ਨਹੀਂ ਭਾਈ, ਇਹ ਮਨੁੱਖਾ ਜਨਮ ਮਿਲਿਆ, ਇਸ ਮਨੁੱਖਾ ਜਨਮ ਨੂੰ ਤੂੰ ਸਫਲਾ ਕਰਨਾ ਕਰ। ਮਨੁੱਖਾ ਜਨਮ ਸਫਲਾ ਕਿਵੇਂ ਹੋਣਾ ਹੈ? ਨਾਮ ਜਪ ਕੇ ਬੰਦਗੀ ਕਰਕੇ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੈ, ਬੋਹਰ ਨ ਲਾਗੈ ਡਾਲ। ਤੇ ਦੁਆਰਾ ਜੇ ਪੱਕਿਆ ਹੋਇਆ ਫਲ ਆਪਾਂ ਕਹਿ ਦਈਏ ਕਿ ਟਾਹਣੀ ਨਾਲ ਸ਼ਾਖਾ ਨਾਲ ਲੱਗ ਜਾਵੇਗਾ, ਨਹੀਂ ਲੱਗ ਸਕੇਗਾ। ਜਿਹੜਾ ਇੱਕ ਵਾਰੀ ਟੁੱਟ ਗਿਆ ਉਹ ਦੁਆਰਾ ਨਹੀਂ ਜੁੜ ਸਕਦਾ ਹੈ। ਜਿਹੜਾ ਗੁਰੂ ਸਰ ਗੁਰੂ ਨਾਲ ਟੁੱਟਿਆ ਹੋਇਆ ਤੇ ਗੁਰੂ ਦੇ ਸ਼ਰਨ ਵਿੱਚ ਆ ਜਾਵੇ, ਤੇ ਗੁਰੂ ਸਾਡਾ ਇੰਨਾ ਡਾਢਾ, ਗੁਰੂ ਟੁੱਟਿਆਂ ਨੂੰ ਜੋੜ ਲੈਂਦਾ ਹੈ। ਮੁਕਤਸਰ ਸਾਹਿਬ ਦੀ ਧਰਤੀ ਤੇ ਸਦਨ ਟੁੱਟੀ ਗਣਨਾ ਕੀਤੀ, ਭਾਈ ਮਹਾ ਸਿੰਘ ਤੇ ਹੋਰ ਜਿੰਨੇ ਵੀ ਸੂਰਮੇ ਸਿੰਘ ਸੀ, ਉਹਨਾਂ ਨੇ ਜਿੱਥੇ ਬਦਾਵਾ ਦਿੱਤਾ ਸੀ ਤੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਟੁੱਟੀ ਗਣ ਦਿੱਤੀ। ਤੇ ਨਾਮ ਦਾ ਅਸਥਾਨ ਜਿਹਨੂੰ ਖਿਦਰਾਣੇ ਦੀ ਢਾਬ ਆਖਿਆ ਜਾਂਦਾ ਸੀ, ਅੱਜ ਆਪਾਂ ਮੁਕਤਸਰ ਸਾਹਿਬ ਦੀ ਧਰਤੀ ਦੇ ਨਾਮ ਨਾਲ ਜਾਣਦੇ ਹਾਂ। ਇਹ ਗੁਰੂ ਨੇ ਬਖਸ਼ੇ, ਗੁਰੂ ਟੁੱਟੀਆਂ ਗੰਢਣ ਵਾਲਾ ਗੁਰੂ ਸਾਡਾ। ਪਰ ਸਤਿਗੁਰੂ ਕਹਿੰਦੇ ਉਹਨਾਂ ਜੀਵਾਂ ਦੀ ਗੱਲ ਕਰਦੇ ਨੇ ਕਿ ਜਿਤ ਦਿਨ ਦੇਹ ਬਿਨਸ ਸੀ, ਚਿਤ ਬਿਲ ਹੈ ਕਹਿਸਨ ਪ੍ਰੇ, ਜੋ ਦੇਹੀ ਦਾ ਖਾਤਮਾ ਹੋ ਗਿਆ ਨਾ, ਪਰਿਵਾਰ ਦੇ ਕਿਸੇ ਜੀਵ ਨੂੰ ਦਿਖਾਈ ਦੇਣ ਲੱਗ ਪਿਆ, ਤੇ ਕਹਿੰਦੇ ਉਦੋਂ ਉਹੀ ਫਿਰ ਜੀਵ ਆਖਦੇ ਨੇ ਕਿ ਸਾਨੂੰ ਉਹ ਜਿਹੜਾ ਸਾਡਾ ਘਰ ਦਾ ਜੀਅ ਹੈ ਨਾ, ਉਹ ਪ੍ਰੇਤ ਬਣ ਕੇ ਦਿਖਾਈ ਦਿੰਦਾ। ਇਸ ਤਰ੍ਹਾਂ ਉਹ ਪ੍ਰੇਤ ਆਖਦੇ ਹਨ। ਪਕੜ ਚਲਾਇਣ ਦੂਤ ਜਮ, ਕਿਸੈ ਨ ਦੇਨੀ ਭੇਤ। ਸਤਿਗੁਰੂ ਜੀ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਚੰਗੇ ਮਾੜੇ ਕਰਮਾਂ ਦਾ ਫਲ ਜੀਵ ਨੂੰ ਪ੍ਰਾਪਤ ਹੁੰਦਾ ਹੈ। ਤੇ ਜਦੋਂ ਸਮਾਂ ਆਉਂਦਾ ਨਾ ਸੰਸਾਰ ਤੋਂ ਜਾਣ ਦਾ, ਦੇਹੀ ਨੂੰ ਛੱਡ ਕੇ ਜੀਵ ਨੇ ਅਗਲਾ ਸਫ਼ਰ ਕਰਨਾ ਹੈ, ਉਦੋਂ ਜਿਹੜੇ ਜਮਦੂਤ ਨੇ ਨਾ, ਜਮ ਦੇ ਦੂਤ, ਉਹ ਪਕੜ ਕੇ ਲੈ ਜਾਂਦੇ ਨੇ। ਇੱਕ ਸੈਕਿੰਡ ਵੀ ਆਪਾਂ ਵੱਧ ਨਹੀਂ ਗੁਰੂ ਸਾਹਿਬ ਬਤੀਤ ਕਰ ਸਕਦੇ। ਮਿੰਟ ਦੀ ਤਾਂ ਦੂਰ ਦੀ ਗੱਲ ਹੈ, ਮਿੰਟ ਦੀ ਦੂਰ ਦੀ ਗੱਲ ਹੈ, ਇੱਕ ਸੈਕਿੰਡ, ਇੰਨਾ ਸਮਾਂ ਵੀ ਆਪਾਂ ਵੱਧ ਨਹੀਂ ਕੱਢ ਸਕਦੇ। ਜਦੋਂ ਜਮਦੂਤ ਆਉਂਦੇ ਨੇ ਨਾ, ਉਦੋਂ ਕਿਸੇ ਨੂੰ ਭੇਤ ਨਹੀਂ ਦਿੰਦੇ। ਉਹ ਕੋਲ ਪੁੱਤਰ ਧੀਆਂ ਬੈਠੇ ਹੁੰਦੇ ਨੇ, ਪਰਿਵਾਰ ਦੇ ਮੈਂਬਰ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਡਾਕਟਰਾਂ ਦੀ ਟੀਮ ਕੋਲ ਖਲੋਤੀ ਹੁੰਦੀ ਹੈ, ਨਰਸਾਂ ਇਤਿਆਦਿਕ। ਪਰ ਜਦੋਂ ਜਮਦੂਤ ਆਉਂਦੇ ਨਾ, ਉਦੋਂ ਨਾ ਡਾਕਟਰਾਂ ਨੂੰ ਪਤਾ ਲੱਗਦਾ, ਨਾ ਨਰਸਾਂ ਨੂੰ ਪਤਾ ਲੱਗਦਾ,
तो ना ही किसी परिवार के मैंबर नूं पता लगता, उदों ही पता लगता जो शरीर सारा ठंडा पै जाता है, सारा ठंडा पै जाता। एक छोटी जी घटना साझी करनी है। कहते ने एक मनुख ने सारी जिंदगी बड़ी मेहनत मशक्कत की, मेहनत करना साडे गुरु साहब सानूं हुक्म कीता कि सिख ने सिख मेहनती है, सिख ने मेहनत मशक्कत करनी है, पर नाल सिख ने दोनों समय इबादत भी करनी है। मेहनत मशक्कत की, चंगा धन संपदा कमाई, तो समा आया उदा जान का समा संसार तो आ गया। मौत ने दस्तक दिती, सामने मौत नूं देख रहा, तो दूजे पासे अपने कारोबार नूं देख रहा, परिवार नूं देख रहा कि सारी जिंदगी मैं इन्ना धन संपदा कमाया, एडा वड्डा कारोबार खड़ा किया, पर सामने ये मौत आ गई है, सामने अजराइल फरिश्ता आ गया है। तो अजराइल फरिश्ता जिहड़ा मौत का सुनेहा लैके आउण वाला, उहदे नाल उस जीव की विचार हुंदी। जीव कहता है अजराइल फरिश्ते नूं कि मैनू 2 दिन का समा दे दे, 2 दिन का मैनू समा देना कर। अजराइल फरिश्ता कहता मेरे बस की गल नहीं है, मैं तेनों नहीं दे सकता। कहन लग्या फिर इंज कर, मैनू 1 दिन का समा दे दे। अजराइल फरिश्ता कहता ये भी नहीं हो सकता। कहन लग्या अद्धे दिन का समा दे दे, अद्धा दिन। तो अजराइल फरिश्ता कहन लग्या ये भी नहीं हो सकता। फिर अखीर ते गुरु सर कहन लग्या 1 घंटे का समा दे दे। तो अजराइल फरिश्ता कहता ये भी मेरे बस की गल नहीं है, मैं इन्ना समा नहीं दे सकता। अखीर ते कहता 15 मिनट का समा दे दे। मौत नाल गल्लां बातां हो रही ने। अजराइल फरिश्ता आखदा नहीं ये भी नहीं हो सकता, 5 मिनट देना कर। कहन लग्या 5 मिनट भी नहीं, फिर 2 मिनट देना कर। कहन लग्या नहीं। कहन लगे चल इंज कर 2 सैकंड मैनू देना कर। तो अजराइल फरिश्ता अगों उस जीव नूं पुछदा कि जे मैं तेनों 2 सैकंड दे दियाँ, तू 2 सैकंड विच की करेगा? नाम जप लवेगा? इन्ना सा बंदगी कर, तेरा भला हो जा? नहीं इदा नहीं हो सकता। कहते कहन लग्या मैनू पता मेरा भला नहीं होवेगा, मैं जिंदगी च अपनी जिंदगी बड़ी कंजूसी नाल जिंदगी बतीत की है, किसी का भला नहीं करना कीता, मैनू पता भला मेरा नहीं होना है। पर हाँ मैं दुनिया के लोगों को एक सुनेहा दे सकदा, मैसेज दे सकदा हाँ। वो मैसेज किहड़ा? कहन लग्या मैं उत्ते लिखदा, मैं कागज उत्ते लिख के जावांगा कि जीना झूठ ते मरना सच। जो दुनिया के लोग इस मैसेज नूं पढ़नगे कि जीना झूठ है मरना सच है, मेरी जिंदगी तो लंघ गई, तो वो अपनी जिंदगी नूं सुधार सकणगे, वो नाम जप के अपना भला कर सकणगे। सो गुरु सवारियो इस प्रकार जो जमदूत आउंदे ने ना, किसी नूं भेत नहीं दिंदे। भेत केवल उस जिस जीव का संसार तो जाण दा समा उन्होंने दिखाई दिंदे ने, ना परिवार के किसी मैंबर नूं, पुत्र धीआं नूं, मित्रां सज्जणां नूं किसी नूं भी दिखाई नहीं दिंदे हन। ते पातशाह कहंदे ने उदों जो जम पकड़ चलायण दूत जम, किसै न देनी भेत, छड्ड खड़ोते खिनै माहे, जिन स्यों लगा हेत। कहंदे जिन्ना तेरा हित सी वो क्षण मात्र विच तेरे परिवार के मैंबर तेनों छड्ड के पिछे हो जाते हैं। इत्थों तक हालात हो जाती है कि जदों घर विच जीव की डैड बॉडी पई हुंदी ना, तो परिवार के मैंबर ही आखण लग पैंदे ने कि भाई देरी ना करो, रात आ रही, रात करनी बड़ी औखी है, छेती छेती आपां इस डैड बॉडी का संस्कार कर दईए। जिस जीव ने अपने घर विच परिवार विच जिंदगी के 40 साल 50 साल 60 साल 100 साल बतीत किए होण, उही अज परिवार के जीव जिहदे राही परिवार की
जिहड़ी पनीरी है वधी है, तो उही परिवार के मैंबर फिर आखते हैं कि नहीं छेती छेती संस्कार कर दे। तो सतगुरु जो गुरबाणी बिल्कुल सच्चाई लिखना की पातशाह ने, रत्ती मात्र भी झूठ नहीं है। कहते उही परिवार के मैंबर छड्ड के पिछे हट जाते हैं जिन्हां नाल भाई तां इस तरह हेत लाया प्रेम लाया होया सी। हथ मरोड़ै तन कपे सियाह होआ सेत। उदों जीव अपने हथ मुड़दा, हत्थां नूं मलदा, तन कंबदा है, ते जिहड़ा रांगी दा स्याह काला हो जाता है। हथ मरोड़े अखीर जो अंतिम समा जीव का आउंदा ना, जीव हत्थां नूं मरोड़दा, हत्थां नूं मलदा कि मना इन्ना वधिया मैनूं मनुखा देही प्राप्त होई सी ते मनुखा देही नूं मैं अजाई व्यर्थ कर दिता। तन कपे ते कंबल लगी दे, बुढ़ा हुआ शेख फरीद कंबन लगी दे। जे सो बरिया जीवना भी तन होसी खे। तो वह फिर अपने तन जिहड़ा है बुढ़ापे विच जीव का कंबदा है। जिहड़ी ताकत जवानी विच जीव के शरीर विच हुंदी है वो बुढ़ापे दे विच नहीं हो सकती है। बुढ़ापे जी का शरीर कमज़ोर हो जाता है। भगत भीखण जी नूं पुछो, भगत भीखण जी कहते ने नैनो नीर बह तन कीना भे केस दुध बानी रूधा कंठ शब्द नहीं उचरै अब क्या करह प्राणी राम राय होहे वैद बनवारी अपने संतह लेह उबारी। कहते दाड़ा चिट्टा हो गया, दूधा कंठ गल जिहड़ा है वो बलगम ना रुक गया, छाती जिहड़ी तेरी बिल्कुल वो जवाब देगी। उदों कहते बोलण की कोशिश करता पर जबान तेरी रुक गई। काले शाह केस चिट्टे हो गए, काली हुंफुण धोले आए, तो इहो जी हालत हो गई। कहते प्राणाधारी हुण तू की करेगा। पर सतगुरु कहते एक अवसर है, हाले भी तेरे को मौका, जे बुढ़ापे दे विच भी तू मालक का नाम जप ले, बंदगी कर लवे ना, कहते फिर परमेश्वर ने तेरी मदद करनी है। अब क्या करे प्राणी राम राय होहे वैद बनवारी अपने संत है लेह उबारी। अपने संत जनां नूं बचा लैंदे ने, गुरमुखां नूं बचा लैंदा परमेश्वर। रो विचार पातशाह बचन करते हैं, कहते अंत वेले जीव पश्चाताप कर हाथां नूं मरोड़ा मलदा है, तानी दा कंबदा मौत नूं देख के सामने। ये नहीं कि बुढ़ापे विच मौत आनी, जवानी च भी आ सकती, बचपन च भी आ सकती है। जिन्हें मौत देख ली तो वह अगों मौत नूं देख बड़े तो बड़ा दलेर हिरदे वाला क्यों ना होवे, वो भी कंब जाता है। तो सतगुरु कहते ने इस तरह तन कंबदा सियाह हुआ सेत, पहला गोरा चिट्टा रंग सी, लाल सूहा सी, कहते अज हालत इहो जी हो गई है। कहते सियाह हुआ सेत, इहो जे कहते काला शाह तो कहते इस तरह से चिट्टा रंग फिर गया। तो भाव किहड़ा तेरे अंदर पलितन पैदा हो गई, सारे शरीर की जिहड़ी ताकत खत्म हो गई। जेहा बीजै सो लुणै कर्मा संधड़ा खेत। अगला वचन पातशाह जी कर रहे ने, कहते असल विच कहते जिहो जे जीव कर बीज बीजदा ना उहो जिहा अगों बढ़दा है, उही प्राप्त हुंदा है। माड़े कर्मां दा माड़ा फल ते चंगियां दा चंगा फल। कंडे बीजांगे तो सानू कंडे ही मिलणगे। जे गुरु सरे आपां फुल्लां दी बगीची लावांगे, दरख्त लावांगे, संसार दे लोकां नू ऑक्सीजन देवांगे तो दरख्त ऑक्सीजन दिंदे ने, तो फिर सानू भी गुरु सरे परमात्मा दे दर तो खुशियां मिलणगियां। तो सतगुरु कहंदे ने जिहो जे कर्म कर दिते उस तरह उही तू वढेगा, उही तू लुणेगा। कहते असल विच शरीर की है कर्मा संधड़ा खेत, तेरा पंचभूतिक शरीर कहते ये कर्मां दा संधड़ा खेत है एक तरह का। ये धरती है, शरीर धरती है, जिहो जे बीज बीजांगे वो फल मिल जाएगा।
कर्म कर धरती बीज शब्दों कर आव की पानी दे पानी। कहते इस तरह ये कर्म करना कर, अपनी सरीर रूपी धरती विच नाम रूपी बीज बीजना कर। जो नाम रूपी बीज बीजेगा फिर ये शरीर रूपी धरती जिहड़ी है वो सतगुर दे दर ते प्रवान होवेगी। इस करके पातशाह कहते ने तेरे कीते हुए कर्मां अनुसार तैनूं अगों वो फल मिलेगा। नानक प्रभ शरणागति चरण बोहित प्रभ देत। नानक गुरु जी उचारण करते हैं, कहते प्रभ शरणागति, कहते नानक प्रभु की शरणागति शरण विच आया हाँ ते चरण बोहित प्रभ देत। परमात्मा ने मेरे प्रभु ने कृपा करके मैनू अपने चरणों का बोहित का अर्थ है जहाज, चरणा रूपी जहाज देना कीता संसार समुंदर तो तरन दे लई। समुंदर नूं पार करना सानू जहाज की लोड़ पवेगी। संसार समुंदर तो तरन दे सानू नाम रूपी जहाज की लोड़ पवेगी। जे नाम रूपी जहाज उत्ते आपां सवार हो गए, गुरु के चरणों के भोरे बन गए तो सच जाणिओ फिर असीं संसार समुंदर तो तर जावांगे। जिन्हां ने प्रभु की शरण तक लई ते उन्हां उत्ते फिर मालक की बख्शिश हुंदी है ते ओ गुरु सवारे गुरु की कृपा दे नाल संसार समुंदर तो तर जाते ने। से भादोए नरक न पाई है गुर रखण वाला हेत। अखीरली पंक्ति च पातशाह जी बख्शिश करते हैं कि से भादोए नरक न पाई है। कहते ओ जीव इस्तरी जिहड़ी है मनुखा जनु भादो के महीने विच नरक न पाई है, नरकां विच नहीं पैंदे। किहड़े गुर रखण वाला हेत, जिन्हां दी रखिया गुरु पातशाह जी आप करते हैं। जिन्हां दा हित गुरु नाल पै गया है, प्रेम गुरु नाल पै गया है, असल विच गुरु सवारिओ फिर वो नरकां दे अधिकारी नहीं बनते, वो मुक्त हो जाते हैं। क्योंकि गुरु साडी हर समय रखिया करन वाला है। जिवें सतगुरु महाराज का प्रमाण है कि रखे रखणहार आप उबारियन गुर की पैरी पाए काज सवारियन। इंज सतगुरु जी साडी रखिया करते हैं तो सतगुरु महाराज के चरणों च आपां बेनती करिए कि गुर का शब्द रखवारे चौके चो गिरद हमारे। राम नाम मन लागा जामल जाए कर भागा। जो इस तरह गुरु की शरण तक लवांगे, गुरु के चरणों च बेनती करांगे तो सतगुरु ने साडी रख लैनी है। सतगुरु इस लोक विच भी मदद करने ते परलोक विच भी साडी मदद करन वाले हैं। ये गुरु सवारे सतगुरु महाराज ने सानू पावन उपदेश बख्शिश किया है भादो के महीने द्वारा।